Hello everyone, welcome to Victor's Knowledge. This is Shinu Sharma. So today we are going to start with another very important topic. So ਅੱਜ ਮੈਂ ਤੁਹਾਨੂੰ ਦੋ ਟੌਪਿਕ ਕਰਵਾਉਂਗੀ ਜਿਹੜਾ ਆਪਣਾ ਮੈਟਰਨਲ ਹੈਲਥ ਵਾਲਾ ਐਂਟੀਨੇਟਲ ਪ੍ਰੀਨੇਟਲ ਇਹ ਟੌਪਿਕ ਚੱਲ ਰਿਹਾ ਸੋ ਇਹਦੇ ਵਿੱਚ ਹੀ ਇਹ ਸੈਕੰਡ ਯੂਨਿਟ ਦੇ ਵਿੱਚ ਥਰਡ ਤੇ ਫੋਰਥ ਟੌਪਿਕ ਹੈ ਪ੍ਰੀਵੈਂਟਿਵ ਕੇਅਰ। ਇਹਦੇ ਵਿੱਚ ਆਪਾਂ ਕੁਝ ਬਿਮਾਰੀਆਂ ਦੇਖਾਂਗੇ, ਪ੍ਰਾਇਮਰੀ ਹੈਲਥ ਕੇਅਰ ਸੈਟਅਪ ਕਿਵੇਂ ਹੈ, ਸਟਰਕਚਰ ਕਿਵੇਂ ਹੈ ਤੇ ਪ੍ਰਾਇਮਰੀ ਹੈਲਥ ਕੇਅਰ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹ ਦੋ ਆਪਾਂ ਨੇ ਡੀਟੇਲ ਟੌਪਿਕ ਅੱਜ ਕਵਰ ਕਰਨੇ ਨੇ। ਨਾਓ ਲੈਟਸ ਗੈਟ ਸਟਾਰਟਡ। ਓਕੇ, ਸੋ ਆਪਣਾ ਥਰਡ ਟੌਪਿਕ ਹੈ ਪ੍ਰੀਵੈਂਟਿਵ ਕੇਅਰ। ਪ੍ਰੀਵੈਂਟਿਵ ਕੇਅਰ ਦਾ ਮਤਲਬ ਹੁੰਦਾ ਹੈ ਕਿ ਬਿਮਾਰੀ ਆਉਣ ਦੀ ਵੇਟ ਨਹੀਂ ਕਰਨੀ, ਆਪਾਂ ਨੇ ਪਹਿਲਾਂ ਹੀ ਤਿਆਰੀ ਰੱਖਣੀ ਹੈ ਕਿ ਉਹਦੇ ਜਿਹੜੇ ਕੋਈ ਰਿਸਕ ਫੈਕਟਰ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਆਪਾਂ ਘਟਾਉਣ ਦੀ ਕੋਸ਼ਿਸ਼ ਕਰੀਏ ਕਿ ਬਿਮਾਰੀ ਹੈ ਜਿਹੜੀ ਉਹ ਆਪਣਾ ਹਾਨੀਕਾਰਕ ਰੂਪ ਹੈ, ਜਿਹੜਾ ਆਪਣਾ ਪੂਰਾ ਐਕਸਟੈਂਸਿਵ ਸੀਰੀਅਸ ਰੂਪ ਹੈ ਉਹ ਨਾ ਲੈ ਸਕੇ। ਆਪਾਂ ਪਹਿਲਾਂ ਸਟਾਰਟਿੰਗ ਵਾਲੀਆਂ ਸਟੇਜਸ ਉੱਤੇ ਹੀ ਪ੍ਰੋਪਰ ਆਈਡੈਂਟੀਫਿਕੇਸ਼ਨ ਕਰਕੇ ਉਸ ਬਿਮਾਰੀ ਨੂੰ ਰੋਕ ਸਕੀਏ। ਸੋ ਉਹਨੂੰ ਕਹਿੰਦੇ ਹੁੰਦੇ ਆਪਾਂ ਪ੍ਰੀਵੈਂਸ਼ਨ, ਮਤਲਬ ਬਿਮਾਰੀ ਵਧਣ ਦੀ ਵੇਟ ਨਹੀਂ ਕਰਨੀ, ਪਹਿਲਾਂ ਹੀ ਅਰਲੀ ਸਟੇਜ ਉੱਤੇ ਆਪਾਂ ਨੇ ਉਹਨੂੰ ਕਿਉਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਪ੍ਰੀਵੈਂਟਿਵ ਹੈਲਥ ਕੇਅਰ ਟਿਪਸ ਦੇ ਵਿੱਚ ਕੀ ਹੁੰਦਾ ਹੈ? ਆਈਡੈਂਟੀਫਿਕੇਸ਼ਨ, ਪਹਿਲਾਂ ਹੀ ਪਹਿਚਾਣ ਕਰੋ। ਮਿਨੀਮਾਈਜੇਸ਼ਨ ਆਫ ਡਿਸੀਜ਼ ਰਿਸਕ ਫੈਕਟਰ, ਜਿਹੜੇ ਉਹਦੇ ਕੋਈ ਰਿਸਕ ਫੈਕਟਰ ਹੋ ਸਕੇ ਨੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਹੈ। ਐਗਜ਼ਿਸਟਿੰਗ ਡਿਸੀਜ਼ ਕੋਰਸ ਇੰਪਰੂਵਮੈਂਟ, ਜੇ ਤੁਸੀਂ ਕੋਈ ਆਲਰੇਡੀ ਕੁਝ ਲੈ ਰਹੇ ਹੋ ਤਾਂ ਦੇਖੋ ਕਿ ਉਹ ਸਾਨੂੰ ਅਸਰ ਕਰ ਰਿਹਾ ਟ੍ਰੀਟਮੈਂਟ ਜਾਂ ਨਹੀਂ ਕਰ ਰਿਹਾ। ਅਰਲੀ ਡਿਸੀਜ਼ ਡਿਟੈਕਸ਼ਨ ਥਰੂ ਸਕਰੀਨਿੰਗ, ਪ੍ਰੋਪਰ ਆਪਣੇ ਬਾਡੀ ਦੇ ਚੈੱਕਅਪ ਕਰਵਾਓ ਟਾਈਮ ਟੂ ਟਾਈਮ। ਸੋ ਇਹ ਅਲੱਗ-ਅਲੱਗ ਸਟੇਜਿਸ ਦੇ ਵਿੱਚ ਹੁੰਦਾ ਹੈ। 3 ਸਟੇਜਿਸ ਨੇ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ। ਪ੍ਰਾਇਮਰੀ ਹੋ ਗਿਆ ਨੰਬਰ 1, ਸੈਕੰਡਰੀ ਨੰਬਰ 2 ਤੇ, ਟਰਸ਼ਰੀ ਹੋ ਗਿਆ ਨੰਬਰ 3 ਤੇ। ਸੋ ਪ੍ਰਾਇਮਰੀ ਸਟੇਜ ਦੇ ਉੱਤੇ ਆਪਾਂ ਕਿਹੜੀ ਬਿਮਾਰੀਆਂ ਨੂੰ ਰੋਕ ਸਕਦੇ ਹਾਂ, ਕਿਵੇਂ ਰੋਕ ਸਕਦੇ ਹਾਂ? ਪ੍ਰਾਇਮਰੀ ਪ੍ਰੀਵੈਂਸ਼ਨ, ਪ੍ਰੀਵੈਂਟ ਦੀ ਔਨਸੈਟ। ਔਨਸੈਟ ਦਾ ਮਤਲਬ ਹੈ ਕਿ ਹਜੇ ਬਿਮਾਰੀ ਸ਼ੁਰੂ ਹੀ ਹੋ ਰਹੀ ਹੈ। ਕ੍ਰੋਨਿਕ ਡਿਸੀਜ਼ ਬਾਈ ਰਿਡਿਊਸਿੰਗ ਰਿਸਕ ਫੈਕਟਰ ਫॉर ਡਿਵੈਲਪਮੈਂਟ, ਆਪਾਂ ਬਿਮਾਰੀ ਨੂੰ ਵਧਣ ਨਹੀਂ ਦੇ ਰਹੇ, ਉਹਨਾਂ ਨੂੰ ਪਹਿਲੀ ਸਟੇਜ ਦੇ ਉੱਤੇ ਹੀ ਰੋਕ ਲਿਆ। ਸੋ ਇਹਦੇ ਟਾਈਪਸ ਕੀ ਨੇ, ਕਿਹੜੇ ਤਰੀਕੇ ਨਾਲ ਆਪਾਂ ਪ੍ਰਾਇਮਰੀ ਪ੍ਰੀਵੈਂਸ਼ਨ ਕਰ ਸਕਦੇ ਹਾਂ? One type of primary prevention is reducing risk through changes in either behavior, ਜਾਂ ਤਾਂ ਆਪਾਂ ਆਪਣੇ ਲਾਈਫਸਟਾਈਲ ਚੇਂਜ ਲੈ ਕੇ ਆਈਏ ਜਾਂ ਐਕਸਪੋਜਰ। ਮੰਨ ਲਓ ਕਿ ਤੁਹਾਨੂੰ ਕੋਈ ਕੋਲਡ ਕਫ ਹੋ ਗਿਆ ਤਾਂ ਤੁਸੀਂ ਕਿਸੇ ਹੋਰ ਦੇ ਕੋਲ ਨਹੀਂ ਜਾਣਾ, ਥੋੜੇ ਦਿਨ ਪਰਹੇਜ਼ ਰੱਖਣਾ ਹੈ ਕਿ ਐਕਸਪੋਜਰ ਕਿਸੇ ਹੋਰ ਨੂੰ ਨਹੀਂ ਹੋਣ ਦੇਣਾ। ਐਗਜ਼ਾਮਪਲ ਇਨਕਲੂਡਿੰਗ ਰਿਡਿਊਸਿੰਗ ਕਾਰਡੀਓਵਾਸਕੂਲਰ ਰਿਸਕ ਥਰੂ ਲਾਈਫਸਟਾਈਲ ਚੇਂਜਸ। ਜਿਵੇਂ ਤੁਹਾਨੂੰ ਪਤਾ ਹੈ ਤੁਸੀਂ ਆਪਣੇ ਬਾਡੀ ਦਾ ਚੈੱਕਅਪ ਕਰਵਾ ਲਿਆ, ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਕੋਲੈਸਟਰੋਲ ਵਗੈਰਾ ਵੱਧ ਰਹੇ ਨੇ, ਤਾਂ ਤੁਸੀਂ ਹੁਣ ਉੱਥੇ ਇਹ ਨਹੀਂ ਹੈਗਾ ਕਿ ਉਸ ਚੀਜ਼ ਨੂੰ ਇਗਨੋਰ ਕਰਕੇ ਤੁਸੀਂ ਆਇਲੀ ਹੀ ਖਾਈ ਜਾ ਰਹੇ ਹੋ, ਗਲਤ ਖਾਈ ਜਾ ਰਹੇ ਹੋ। ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਕੱਲ ਨੂੰ 5 ਸਾਲ ਨੂੰ 10 ਸਾਲ ਨੂੰ ਹਾਰਟ ਦੀ ਡਿਸੀਜ਼ ਹੋ ਸਕਦੀ ਹੈ, ਕਾਰਡੀਓਵਾਸਕੂਲਰ ਰਿਸਕ ਹੈ, ਤਾਂ ਤੁਸੀਂ ਜਦੋਂ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਕਿ ਕੁਝ ਇਨੀਸ਼ੀਅਲ ਸਟੇਜ ਉੱਤੇ ਹੀ ਕਿ ਕੁਝ ਇਹੋ ਜਿਹੇ ਸਿੰਪਟਮਸ ਦਿਖ ਰਹੇ ਨੇ ਕਿ ਕੱਲ ਨੂੰ ਸਾਨੂੰ ਇਹ ਬਿਮਾਰੀ ਹੋ ਸਕਦੀ ਹੈ, ਤਾਂ ਆਪਣੀ ਹੈਲਦੀ ਈਟਿੰਗ ਸ਼ੁਰੂ ਕਰ ਦਿਓ। ਇਹ ਪ੍ਰਾਇਮਰੀ ਪ੍ਰੀਵੈਂਸ਼ਨ ਹੁੰਦਾ। ਜਾਂ ਸਮੋਕਿੰਗ ਨਾ ਕਰੋ, ਸੋ ਇਸ ਟਾਈਪ ਦੀਆਂ ਚੀਜ਼ਾਂ ਨਾ ਕਰੋ। ਹੋਰ ਕਿਹੜੀਆਂ ਚੀਜ਼ਾਂ ਨੇ ਪ੍ਰਾਇਮਰੀ ਪ੍ਰੀਵੈਂਸ਼ਨ ਦੀਆਂ? ਸੋ ਕੁਝ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਆਪਾਂ ਵੈਕਸੀਨੇਸ਼ਨ, ਟੀਕਾਕਰਨ ਦੇ ਜ਼ਰੀਏ ਵੀ ਰੋਕ ਸਕਦੇ ਹਾਂ, ਜਿਵੇਂ ਇਨਫਲੂਐਂਜ਼ਾ, ਨਿਮੋਨੀਆ ਵੈਕਸੀਨ ਆਉਂਦੀ ਹੈ, ਬਹੁਤ ਸਾਰੀਆਂ ਚਾਈਲਡਹੁੱਡ ਵਿੱਚ ਆਪਾਂ ਨੂੰ ਵੈਕਸੀਨਸ ਲੱਗਦੀਆਂ ਨੇ। Some of these prevention technique can be active, involving individual participation, others are passive. Primary prevention generally focus on specific risk factor. ਸੋ ਪ੍ਰਾਇਮਰੀ ਪ੍ਰੀਵੈਂਸ਼ਨ ਦੇ ਵਿੱਚ ਆਪਾਂ ਸਿਰਫ ਆਪਾਂ ਨੂੰ ਹਜੇ ਅਸਲੀ ਬਿਮਾਰੀ ਹੋਈ ਨਹੀਂ, ਆਪਾਂ ਉਹਦੇ ਕੁਝ ਰਿਸਕ ਫੈਕਟਰ ਕਿ ਕੱਲ ਨੂੰ ਇਹ ਹੋ ਸਕਦੀ ਹੈ ਪਹਿਲਾਂ ਹੀ ਆਪਾਂ ਚਾਹੇ ਤਾਂ ਆਪ ਇੰਡੀਵਿਜੂਅਲ ਪਾਰਟਿਸਿਪੇਟ ਕਰਕੇ ਉਸ ਨੂੰ ਰੋਕਦੇ ਹਾਂ, ਜਾਂ ਆਪਾਂ ਜਿਵੇਂ ਪੈਸਿਵਲੀ ਇਨਡਾਇਰੈਕਟ ਫਾਰਮ ਦੇ ਨਾਲ ਵੈਕਸੀਨੇਸ਼ਨ ਵਗੈਰਾ ਦੇ ਥਰੂ ਰੋਕਦੇ ਹਾਂ। ਫਿਰ ਆਉਂਦੀ ਹੈ ਸੈਕੰਡਰੀ। ਸੋ ਇਹਦੇ ਵਿੱਚ ਹੁੰਦੇ ਨੇ ਟ੍ਰੀਟਮੈਂਟ ਆਫ ਪ੍ਰੀ ਕਲੀਨਿਕਲ ਚੇਂਜਸ, ਸਕਰੀਨਿੰਗ ਪ੍ਰੋਸੈਸ। ਸਭ ਤੋਂ ਪਹਿਲਾਂ ਤਾਂ ਤੁਸੀਂ ਪੂਰੇ ਟੈਸਟ ਕਰਵਾ ਰਹੇ ਹੋ। अर्ली कॉस्ट इफेक्टिव इंटरवेंशन है। स्क्रीनिंग प्रोसैस इज़ द कंबाइंड रिस्पॉन्सिबिलिटी ऑफ इंडिविजुअल एंड देयर हैल्थ केयर प्रोवाइडर। सो इत्थे डॉक्टर भी नाल इनवॉल्व हो जाते हैं सैकेंडरी लैवल के उत्ते। सो पेशेंट की एंगेजमेंट आ जाती है। दैन टर्शरी उत्ते की हुंदा है? फोकस ऑन रिवर्सिंग, अरेस्टिंग, डिलेइंग डिसीज़। उरे आपां सिर्फ और सिर्फ एक डॉक्टर के अकॉर्डिंग ही चलते हैं। थर्ड प्रिवेंशन दे विच आपां ट्राई करते हैं कि हैल्थ केयर सिस्टम है बार ਆਪਾਂ ਟਾਈਮ ਟੂ ਟਾਈਮ ਉੱਥੇ ਜਾਂਦੇ ਰਹੀਏ, ਸੋ ਦੈਟ ਜਿਹੜੀ ਡਿਸੀਜ਼ ਹੈ ਹੁਣ ਉਹ ਹੋ ਤਾਂ ਗਈ ਹੈ ਬਟ ਉਹਨੂੰ ਆਪਾਂ
ਠੀਕ ਕਰ ਸਕੀਏ। ਸੋ ਇਹ ਸਟੇਜ ਆ ਗਈ ਜਿੱਥੇ ਤੁਹਾਨੂੰ ਕੋਈ ਬਿਮਾਰੀ ਆਲਮੋਸਟ ਹੋ ਚੁੱਕੀ ਹੈ, ਸੋ ਤੁਸੀਂ ਉਹਨੂੰ ਹੁਣ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇੱਥੇ ਆ ਜਾਂਦਾ ਮੇਨ ਡਾਕਟਰ ਦਾ ਰੋਲ। ਸੋ ਇਹ ਨੇ 3 ਲੈਵਲ ਦੀ ਪ੍ਰੀਵੈਂਸ਼ਨ। ਸੋ ਇੱਕ ਹੋਰ ਹੁੰਦੀ ਹੈ ਪ੍ਰੀ-ਮੋਰਡੀਅਲ ਪ੍ਰੀਵੈਂਸ਼ਨ। prevent the creation of environment, establishment of condition which are conducive for compromised bone health status। ਸੋ ਪ੍ਰੀ-ਮੋਰਡੀਅਲ ਦਾ ਮਤਲਬ ਹੈ ਆਪਾਂ ਉਹ ਜਿਹਾ এনवायरमेंट ਹੀ ਕ੍ਰੀਏਟ ਹੋਣ ਨਹੀਂ ਦੇ ਰਹੇ ਜਿਹਦੇ ਨਾਲ ਕੱਲ ਨੂੰ ਆਪਾਂ ਨੂੰ ਕੋਈ ਬਿਮਾਰੀ ਹੋਵੇ। ਸੋ ਇਹ ਹੈ ਪ੍ਰੀ-ਮੋਰਡੀਅਲ। ਦੈਨ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਆਪਾਂ ਆਲਰੇਡੀ ਦੇਖ ਚੁੱਕੇ ਹਾਂ। ਉਸ ਤੋਂ ਬਾਅਦ ਹੁੰਦਾ ਕਿ ਜਿਹੜੀ ਪ੍ਰੀਵੈਂਟਿਵ ਸਰਵਿਸਿਜ਼ ਨੇ ਇਹ ਏਜ ਸਪੈਸੀਫਿਕ ਨੇ। ਹੁਣ ਇਹ ਨਹੀਂ ਹੈਗਾ ਕਿ ਆਪਾਂ ਹਰ ਏਜ ਦੇ ਲਈ ਸਿਮਿਲਰ ਟਾਈਪ ਦੀ ਪ੍ਰੀਵੈਂਟਿਵ ਸਟ੍ਰੈਟਜੀਜ਼ ਰੱਖਾਂਗੇ। ਸੋ ਅਲੱਗ-ਅਲੱਗ ਤਰੀਕੇ ਦੇ ਇੱਥੇ ਜਨਰਲ ਦੱਸਿਆ ਹੋਇਆ ਕਿ ਕੀ ਪ੍ਰੀਵੈਂਟਿਵ ਸਰਵਿਸਿਜ਼ ਹੁੰਦੀਆਂ ਨੇ। ਬਲੱਡ ਪ੍ਰੈਸ਼ਰ, ਡਾਇਬੀਟੀਜ਼, ਕੋਲੈਸਟਰੋਲ, ਕੈਂਸਰ ਸਕਰੀਨਿੰਗ ਹੁੰਦੀਆਂ ਨੇ, ਮੈਮੋਗ੍ਰਾਮ, ਕੋਲੋਨੋਸਕੋਪੀ। ਸੋ ਇਹ ਟਾਈਪਸ ਵੀ ਯਾਦ ਰੱਖਣੀਆਂ ਨੇ ਕਿ ਕਿਸ ਟਾਈਪ ਦੀਆਂ ਹੁੰਦੀਆਂ ਨੇ ਕੈਂਸਰ ਸਕਰੀਨਿੰਗਸ। ਦੈਨ ਕਾਉਂਸਲਿੰਗਸ ਕਰ ਸਕਦੇ ਜੇ ਕੋਈ ਸਮੋਕਿੰਗ ਵਗੈਰਾ ਬਹੁਤ ਕਰ ਰਿਹਾ, ਐਲਕੋਹਲ ਬਹੁਤ ਲੈ ਰਿਹਾ ਹੈ, ਜਾਂ ਕਿਸੇ ਨੇ ਆਪਣਾ weight ਲੂਜ਼ ਕਰਨਾ ਹੈ, ਹੈਲਦੀ ਖਾ ਨਹੀਂ ਰਿਹਾ, ਡਿਪਰੈਸ਼ਨ ਹੈ, ਤਾਂ ਉਹਦੇ ਲਈ ਕਾਉਂਸਲਿੰਗ ਮੈਥਡ ਯੂਜ਼ ਕੀਤਾ ਜਾਂਦਾ ਹੈ। ਰੈਗੂਲਰ ਵੈਲ ਬੇਬੀ ਐਂਡ ਵੈਲ ਚਾਈਲਡ ਵਿਜ਼ਿਟਸ, ਰੂਟੀਨ ਵੈਕਸੀਨੇਸ਼ਨ ਹੁੰਦੀ ਹੈ ਅਲੱਗ-ਅਲੱਗ ਪ੍ਰੋਬਲਮਸ ਲਈ, ਮੀਜ਼ਲ, ਪੋਲੀਓ, ਮੈਨੇਂਜਾਈਟਿਸ। ਦੈਨ ਕਾਉਂਸਲਿੰਗ, ਸਕਰੀਨਿੰਗ, ਵੈਕਸੀਨ ਟੂ ਇਨਸ਼ੋਰ ਹੈਲਦੀ ਪ੍ਰੈਗਨੈਂਸੀਜ਼। ਫਲੂ ਸ਼ਾਟ ਲੱਗਦੇ ਨੇ, ਤੇ ਜਿਹੜੇ ਫਲੂ ਸ਼ਾਟ ਨੇ ਜਾਂ ਹੋਰ ਵੈਕਸੀਨੇਸ਼ਨ ਹੈ। ਸੋ ਵੈਕਸੀਨੇਸ਼ਨ ਭਾਰਤ ਸਰਕਾਰ ਦਾ ਇੱਕ ਬਹੁਤ ਹੀ ਮੇਨ ਪ੍ਰੀਵੈਂਟਿਵ ਸਟ੍ਰੈਟਜੀ ਵਾਲਾ ਜ਼ਰੀਆ ਹੈ। ਸੋ ਭਾਰਤ ਸਰਕਾਰ ਦਾ ਮੇਨ ਫੋਕਸ ਰਹਿੰਦਾ ਹੈ ਕਿ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਆਪਾਂ ਵੈਕਸੀਨੇਸ਼ਨ ਉੱਤੇ ਫੋਕਸ ਕਰੀਏ। ਸੋ ਨੈਕਸਟ ਹੈ ਜੈਨੇਟਿਕਸ। ਸੋ ਹੋਸਟ ਜੈਨੇਟਿਕ ਕੀ ਹੁੰਦੇ ਨੇ? ਸੋ ਇਹਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਵਿਅਕਤੀ ਦੇ ਜਨਮਜਾਤ ਜੈਨੇਟਿਕ ਲੱਛਣ ਜੋ ਰੋਗਾਂ ਨਾਲ ਸੰਬੰਧਿਤ ਹੁੰਦੇ ਨੇ, ਤੇ ਜਿਹੜੇ ਇਹ ਸਿੰਪਟਮਸ ਹੁੰਦੇ ਨੇ, ਇਹ ਲੱਛਣ ਹੁੰਦੇ ਨੇ, ਇਸ ਗੱਲ ਨੂੰ ਪ੍ਰਭਾਵਿਤ ਕਰਦੇ ਨੇ ਕਿ ਕਿਵੇਂ ਇੱਕ ਵਿਅਕਤੀ ਕਿਸੇ ਬਿਮਾਰੀ ਜਾਂ ਪੈਥੋਜਨ ਹੈ, ਜਿਹੜਾ ਪੈਥੋਜਨ ਹੁੰਦਾ ਜਿਹੜੇ ਜੀਵ ਰੋਗ ਪੈਦਾ ਕਰਦੇ ਨੇ, ਸੋ ਉਹਨਾਂ ਦੇ ਖਿਲਾਫ ਇੱਕ ਪ੍ਰਤੀਕਿਰਿਆ ਦਿੰਦੇ ਨੇ। ਸੋ ਜੇ ਤਾਂ ਇਨਸਾਨ ਦੀ ਜੈਨੇਟਿਕਲੀ ਇਮਿਊਨਿਟੀ ਸਟਰੋਂਗ ਹੈ ਤਾਂ ਇਹਨਾਂ ਦੇ ਅਗੇਂਸਟ ਉਹ ਫਾਈਟ ਕਰ ਸਕਦੀ ਹੈ ਬਾਡੀ, ਅਦਰਵਾਈਜ਼ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ ਨੇ। ਸੋ ਇਨਫੈਕਸ਼ੀਅਸ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ। ਸੋ ਇਹ ਮੇਨਲੀ ਇੱਥੇ ਸਾਰੇ ਸਟੈਪਸ ਲਿਖੇ ਹੋਏ ਨੇ ਕਿ ਕਿਹੜੇ ਤਰੀਕੇ ਦੇ ਨਾਲ ਆਪਾਂ ਇਨਫੈਕਸ਼ੀਅਸ ਡਿਸੀਜ਼ਜ਼ ਨੂੰ ਰੋਕ ਸਕਦੇ ਹਾਂ। ਸੋ ਵੈਕਸੀਨੇਸ਼ਨ, ਆਪਣਾ ਆਸ-ਪਾਸ ਆਲਾ ਦੁਆਲਾ ਸਾਫ ਸੁਥਰਾ ਰੱਖ ਕੇ, ਵੈਕਟਰ ਕੰਟਰੋਲ, reduction of population growth, urban planning, sex education and promotion of safe sex, testing and diagnosis, treatment, promotion of hygiene practice, food security and proper nutrition, reduction of contact with wildlife livestock। ਕਿਉਂਕਿ ਕਈ ਵਾਰੀ ਜਾਨਵਰਾਂ ਤੋਂ ਵੀ ਬਿਮਾਰੀਆਂ ਹੋ ਸਕਦੀਆਂ ਨੇ। ਜਿਵੇਂ ਆਪਾਂ ਨੂੰ ਪਤਾ ਹੈ ਕਿ ਇਹ ਇੱਕ ਥਿਊਰੀ ਹੈ ਕਿ ਜਿਹੜਾ ਕੋਵਿਡ-19 ਵੈਕਸੀਨ ਹੈ ਉਹ ਵੁਹਾਨ ਚਾਈਨਾ ਤੋਂ ਸਟਾਰਟ ਹੋਇਆ ਤੇ ਉੱਥੇ ਕਿਸੇ ਐਨੀਮਲ ਤੋਂ ਸਟਾਰਟ ਹੋਇਆ ਸੀ। Then reduction of social inequalities, infectious disease surveillance, biodiversity preservation, development of new antimicrobial drugs, risk communication। So basic steps ਨੇ। ਇੱਕ ਵਾਰੀ ਵੈਸੇ ਥਿਓਰੈਟੀਕਲ ਨੌਲੇਜ ਦੇ ਲਈ ਤੁਸੀਂ ਪੜ੍ਹ ਸਕਦੇ ਹੋ, ਬਟ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਆਪਣੇ ਲਈ ਜੋ ਕੁਐਸਚਨ ਇੰਪੋਰਟੈਂਟ ਹੈ, ਜੋ ਆਪਾਂ ਨੇ ਤਿਆਰ ਕਰਨਾ ਹੈ, ਉਹ ਹੈ ਕਿ ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਵੈਕਸੀਨ ਲਗਾ ਕੇ, ਟੀਕਾਕਰਨ ਕਰਕੇ ਰੋਕੀਆਂ ਜਾ ਸਕਦੀਆਂ ਨੇ। ਵੈਕਸੀਨ ਪ੍ਰੀਵੈਂਟੇਬਲ ਡਿਸੀਜ਼। ਸੋ ਇਹਨਾਂ ਦੀ ਹੁਣ ਮੈਂ ਤੁਹਾਨੂੰ ਇੱਕ ਵਾਰੀ ਲਿਸਟ ਦਿਖਾ ਦਿੰਦੀ ਹਾਂ। ਸੋ ਇਹ ਸਾਰੀਆਂ ਵੈਕਸੀਨ ਦੇ ਨਾਲ ਰੋਕੀਆਂ ਜਾ ਸਕਦੀਆਂ ਨੇ। ਡਿਪਥੀਰੀਆ, ਟੈਟਨਸ, ਪਰਟੂਸਿਸ, ਪੋਲੀਓਮਾਈਲਿਟਿਸ। ਸੋ ਐਗਜ਼ੈਕਟਲੀ ਡਾਇਰੈਕਟਲੀ ਪੇਪਰ 'ਚ ਇਹਨਾਂ ਉੱਤੇ ਕੁਐਸਚਨ ਆਉਂਦਾ ਹੈ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਵੈਕਸੀਨ ਪ੍ਰੀਵੈਂਟੇਬਲ ਡਿਸੀਜ਼। ਸੋ ਉੱਥੇ ਤੁਹਾਨੂੰ ਇਹਨਾਂ ਦੇ ਵਿੱਚੋਂ 3 ਆਪਸ਼ਨ ਹੋਣਗੀਆਂ ਤੇ ਚੌਥੀ ਇੱਕ ਇਹੋ ਜਿਹੀ ਆਪਸ਼ਨ ਹੋਊਗੀ, ਇਹੋ ਜਿਹੀ ਬਿਮਾਰੀ ਲਿਖੀ ਹੋਊਗੀ ਜਿਹੜੀ ਵੈਕਸੀਨ ਦੇ ਨਾਲ ਨਹੀਂ ਰੋਕੀ ਜਾ ਸਕਦੀ। ਸੋ ਇਹ ਲਿਸਟ ਤੁਸੀਂ ਇੱਕ ਵਾਰੀ ਪੜ੍ਹ ਲੈਣੀ ਹੈ। ਵੈਕਸੀਨ ਐਂਡ ਡਿਸੀਜ਼ ਇਜ਼ ਪ੍ਰੀਵੈਂਟ। ਹੁਣ ਸਾਨੂੰ ਉਰੇ ਹੁਣ ਇੱਕ ਟੇਬਲ ਦੇ ਵਿੱਚ ਅਲੱਗ ਤੋਂ ਮੈਂ ਤੁਹਾਨੂੰ ਸਮਝਾਇਆ ਹੋਇਆ ਹੈ ਕਿ ਕਿਹੜੀ ਵੈਕਸੀਨ ਕਿਹੜੀ ਬਿਮਾਰੀ ਦੇ ਲਈ, ਤੇ ਉਹਦੇ ਸਿੰਪਟਮਸ ਕੀ ਹੁੰਦੇ ਨੇ, ਤੇ ਇਫੈਕਟ ਕੀ ਹੁੰਦਾ, ਕਿਵੇਂ ਉਹ ਰੋਕੀ ਜਾ ਸਕਦੀ ਹੈ ਬਿਮਾਰੀ। ਸੋ BCG ਜਿਹੜੀ ਇਹ ਵੈਕਸੀਨ ਹੈ, ਇਹ TB ਜਿਹੜੀ ਬਿਮਾਰੀ ਹੈ, ਟਿਊਬਰਕਲੋਸਿਸ ਜਿਹਨੂੰ ਕਹਿੰਦੇ ਆ, ਉਹਦੇ ਅਗੇਂਸਟ, ਉਹਨੂੰ ਰੋਕਣ ਦੇ ਲਈ ਲਗਾਈ ਜਾਂਦੀ ਹੈ। ਸੋ TB ਇੱਕ ਇਨਫੈਕਸ਼ਨ ਹੈ ਜਿਹੜੀ ਮੋਸਟਲੀ ਲੰਗਸ ਨੂੰ ਅਟੈਕ ਕਰਦੀ ਹੈ, ਬਟ ਕਈ ਵਾਰੀ ਕੀ ਹੁੰਦਾ ਕਿ ਛੋਟੇ ਬੱਚਿਆਂ ਦੇ ਵਿੱਚ, ਯੰਗ ਚਿਲਡਰਨ ਦੇ ਵਿੱਚ ਹੋਰ ਔਰਗਨਸ ਨੂੰ ਵੀ ਡੈਮੇਜ ਕਰਦੀ ਹੈ, ਜਿਵੇਂ ਬ੍ਰੇਨ। ਸੋ ਜੇ ਬਹੁਤ ਸੀਵੀਅਰ ਕੈਟੇਗਰੀ ਦਾ TB ਹੋ ਜਾਵੇ ਤਾਂ ਸੀਰੀਅਸ ਕੰਪਲਿਕੇਸ਼ਨ ਹੋ ਸਕਦੀਆਂ ਨੇ। ਈਵਨ ਕੁਝ ਕੇਸਿਸ ਵਿੱਚ TB ਦੇ ਨਾਲ ਡੈਥ ਵੀ ਹੋ ਸਕਦੀ ਹੈ ਜੇ ਉਹਨੂੰ ਪ੍ਰੋਪਰ ਕਿਉਰ ਨਾ ਕੀਤਾ ਜਾਵੇ। ਦੈਨ ਹੈਪੇਟਾਈਟਸ B ਵੈਕਸੀਨ ਹੈਪੇਟਾਈਟਸ B ਲਈ ਲਗਾਈ ਜਾਂਦੀ ਹੈ। ਅਗੇਨ ਡੇਂਜਰਸ ਲਿਵਰ ਇਨਫੈਕਸ਼ਨ ਹੈ, ਹੈਪੇਟਾਈਟਸ B ਵਾਇਰਸ ਹੈ ਜਿਹੜਾ ਬਾਅਦ ਵਿੱਚ ਉਹ ਲਿਵਰ ਕੈਂਸਰ ਦੇ ਵਿੱਚ ਵੀ ਡਿਵੈਲਪ ਹੋ ਸਕਦਾ ਹੈ ਜੇ ਉਹਨੂੰ ਆਪਾਂ ਟਾਈਮਲੀ ਕਿਉਰ ਨਾ ਕਰੀਏ।
ਪੋਲੀਓ ਵੈਕਸੀਨ ਪੋਲੀਓ ਵਾਇਰਸ ਦੇ ਲਈ ਲਗਾਈ ਜਾਂਦੀ ਹੈ। DTP ਡਿਪਥੀਰੀਆ ਵੈਰੀ ਇੰਪੋਰਟੈਂਟ, ਇਹਦੇ ਨਾਲ ਗਲੇ ਦੀ ਇਨਫੈਕਸ਼ਨ ਹੁੰਦੀ ਹੈ, ਟਾਊਨਸਿਲਸ ਵਗੈਰਾ ਹੋ ਜਾਂਦੇ ਨੇ, ਕਈ ਵਾਰੀ ਬੱਚਿਆਂ ਨੂੰ ਸਾਹ ਲੈਣ ਦੇ ਵਿੱਚ ਸਵੋਲੋ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਦੈਨ DTP ਦੀ ਨੈਕਸਟ ਹੈ D ਫॉर ਡਿਪਥੀਰੀਆ, T ਫॉर ਟੈਟਨਸ। ਵੈਰੀ ਪੇਨਫੁਲ ਮਸਲ ਕੰਟਰੈਕਸ਼ਨ ਹੁੰਦੀ ਹੈ, ਕਈ ਵਾਰੀ ਬੱਚਿਆਂ ਦੇ ਵਿੱਚ ਨੈਕ ਜਾਂ ਜਿਹੜੇ ਜੌ ਮਸਲਸ ਨੇ ਉਹ ਵੀ ਇਹਦੇ ਨਾਲ ਲੌਕ ਹੋ ਜਾਂਦੇ ਨੇ, ਸੋ ਉਹਨਾਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਿਆ ਜਾਂਦਾ, ਸਵਾਲੋ ਨਹੀਂ ਕੀਤਾ ਜਾਂਦਾ ਜਾਂ ਈਵਨ ਸਾਹ ਵੀ ਨਹੀਂ ਲਿਆ ਜਾਂਦਾ। ਦੈਨ P ਸਟੈਂਡਸ ਫॉर ਪਰਟੂਸਿਸ, ਵੂਪਿੰਗ ਕਫ, ਬਹੁਤ ਹੀ ਜ਼ਿਆਦਾ ਖਤਰਨਾਕ ਤੁਹਾਨੂੰ ਖਾਂਸੀ ਹੁੰਦੀ ਹੈ ਜਿਹੜੀ ਬਹੁਤ ਹਫ਼ਤੇ ਤੱਕ ਚੱਲਦੀ ਰਹਿੰਦੀ ਹੈ, ਕਈ ਵਾਰੀ ਇਹਦੇ ਨਾਲ ਤੁਹਾਨੂੰ ਬਰੀਥਿੰਗ ਪ੍ਰੋਬਲਮ ਆਉਂਦੀ ਹੈ, ਨਿਮੋਨੀਆ ਹੋ ਜਾਂਦਾ, ਤੁਹਾਡੀ ਡੈਥ ਵੀ ਹੋ ਸਕਦੀ ਹੈ। HIV ਹੈਮੋਫਾਈਲਸ ਇਨਫਲੂਐਂਜ਼ਾ ਟਾਈਪ B, ਸੋ HIV ਨਹੀਂ ਹੈ, ਇਟਸ B ਫॉर ਬਸ, ਸੋ ਇਹ ਤੁਸੀਂ ਡਿਫਰੈਂਸ ਯਾਦ ਰੱਖਣਾ ਹੈ। ਸੋ ਇਹਦੇ ਨਾਲ 5 ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ ਮੇਨਲੀ ਕਈ ਵਾਰੀ ਸੀਰੀਅਸ ਇਨਫੈਕਸ਼ਨ ਹੋ ਜਾਂਦੀ ਹੈ, ਨਿਮੋਨੀਆ ਹੋ ਜਾਂਦਾ ਹੈ, ਮੈਨਿਨਜਾਈਟਿਸ ਹੋ ਜਾਂਦਾ ਹੈ। ਨਿਊਮੋਕੋਕਲ ਡਿਸੀਜ਼ ਹੈ ਜਿਹੜੀ ਸੀਰੀਅਸ ਡਿਸੀਜ਼ ਮੈਨਜਨਾਈਟਿਸ ਤੋਂ ਨਿਊਮੋਨੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੋ ਜਾਂਦਾ ਹੈ, ਕਈ ਵਾਰੀ ਇਹਦੇ ਨਾਲ ਸਾਇਨਸਿਸ ਵੀ ਹੋ ਜਾਂਦਾ ਹੈ, ਕੰਨ ਦੀ ਇਨਫੈਕਸ਼ਨ ਹੋ ਜਾਂਦੀ ਹੈ, ਨੱਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਸੋ ਉਹ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਮੋਸਟਲੀ 2 ਸਾਲ ਤੋਂ ਛੋਟੇ ਬੱਚਿਆਂ ਨੂੰ ਇਹ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ, ਸੋ ਏਜਿਸ ਵੀ ਨਾਲ ਦੀ ਨਾਲ ਤੁਸੀਂ ਧਿਆਨ 'ਚ ਰੱਖਣੀ ਹੈ। ਦੈਨ ਰੋਟਾ ਵਾਇਰਸ ਬਹੁਤ ਹੀ ਜ਼ਿਆਦਾ ਸਵੀਅਰ ਐਕਸਟ੍ਰੀਮ ਕੈਟੇਗਰੀ ਦਾ ਡਾਇਰੀਆ, ਤੁਹਾਨੂੰ ਨਾਲ ਵੋਮਿਟਿੰਗ ਦੀ ਪ੍ਰੋਬਲਮ ਆ ਰਹੀ ਹੈ, ਡੀਹਾਈਡਰੇਸ਼ਨ ਹੋ ਰਹੀ ਹੈ ਬਾਡੀ ਦੇ ਵਿੱਚ, ਜਿਹਦਾ ਟ੍ਰੀਟਮੈਂਟ ਨਾ ਹੋਵੇ ਤਾਂ ਬੱਚਿਆਂ ਦੀ ਡੈਥ ਹੋ ਸਕਦੀ ਹੈ। MMR ਮੀਜ਼ਲ ਮੰਪ ਰੂਬੈਲਾ, ਵੈਰੀ ਇੰਪੋਰਟੈਂਟ ਐਂਡ ਕਾਮਨਲੀ ਆਸਕਡ, ਸੋ ਇਹਦੀ ਫੁੱਲ ਫਾਰਮ ਤਾਂ ਤੁਹਾਨੂੰ ਰੱਟੇ ਲੱਗੀ ਹੋਣੀ ਚਾਹੀਦੀ ਹੈ, ਪੇਪਰ 'ਚ ਆ ਸਕਦੀ ਹੈ। ਸੋ ਮੀਜ਼ਲਸ ਦੇ ਵਿੱਚ ਤੁਹਾਨੂੰ ਬੁਖਾਰ ਹੋ ਜਾਂਦਾ ਹੈ, ਰਨੀ ਨੋਜ਼ ਹੁੰਦਾ ਹੈ, ਮਾਊਥ ਦੇ ਉੱਤੇ ਕਾਫੀ ਸਾਰੇ ਰੈਸ਼ਿਸ ਵਗੈਰਾ ਹੋ ਜਾਂਦੇ ਨੇ। ਦੈਨ ਮਮਸ ਅਗੇਨ ਹੈਡੇਕ, ਮਲਾਈਜ਼ ਫੀਵਰ, ਸਵੋਲਨ ਸਿਲਵਰੀ ਗਲੈਂਡਸ, ਮੈਨਜਨਾਈਟਿਸ, ਸਵੋਲਨ ਟੈਸਟੀਕਲਸ ਹੋ ਜਾਂਦੇ ਨੇ, ਡੈਫਨੈਸ ਹੋ ਜਾਂਦੀ ਹੈ ਕਈ ਵਾਰੀ। ਰੂਬੈਲਾ ਇਨਫੈਕਸ਼ਨ ਹੈ ਜਿਹੜੀ ਚਿਲਡਰਨ ਦੇ ਅਡਲਟਸ ਦੇ ਵਿੱਚ ਯੂਜਲੀ ਮਾਈਲਡ ਹੁੰਦੀ ਹੈ, ਬਟ ਪ੍ਰੈਗਨੈਂਟ ਵਿਮਨ ਦੇ ਵਿੱਚ ਜੇ ਹੋ ਜਾਵੇ ਤਾਂ ਮਿਸ ਕੈਰੇਜ ਵੀ ਹੋ ਸਕਦਾ ਹੈ, ਇਨਫੈਂਟ ਡੈਥ ਵੀ ਹੋ ਸਕਦੀ ਹੈ। ਦੈਨ HPV ਹਿਊਮਨ ਪੈਪਿਲੋਮਾ ਵਾਇਰਸ, ਸੋ ਯੂਜਲੀ ਇਹਦੇ ਕੋਈ ਸਿੰਪਟਮਸ ਨਹੀਂ ਹੁੰਦੇ, ਬਟ ਕਈ ਵਾਰੀ ਜਿਹਦੇ ਸਟ੍ਰੇਨਸ ਨੇ ਉਹਨਾਂ ਕਰਕੇ ਸਰਵਾਈਕਲ ਕੈਂਸਰ ਹੋ ਜਾਂਦਾ ਹੈ, ਸੋ ਇਹ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਤੇ ਜਿਹੜਾ ਸਰਵਾਈਕਲ ਕੈਂਸਰ ਹੈ ਚੌਥਾ ਸਭ ਤੋਂ ਜ਼ਿਆਦਾ ਹੋਣ ਵਾਲਾ ਕੈਂਸਰ ਹੈ ਮਹਿਲਾਵਾਂ ਦੇ ਵਿੱਚ, ਸੋ 99% ਜਿਹੜਾ HPV ਹੈ ਸਰਵਾਈਕਲ ਕੈਂਸਰ ਹੈ ਉਹ HPV ਕਰਕੇ ਹੀ ਹੁੰਦਾ ਹੈ, ਸੋ ਇਹ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਸੋ ਇਹ ਸੀ ਆਪਣਾ ਥਰਡ ਟੌਪਿਕ। ਸੋ ਨੈਕਸਟ ਵੀ ਆਰ ਗੋਇੰਗ ਟੂ ਟਾਕ ਅਬਾਊਟ ਦੀ ਹੈਲਥ ਕੇਅਰ ਸਿਸਟਮ। ਸੋ ਜਦੋਂ ਆਪਾਂ ਨੇ ਹੈਲਥ ਕੇਅਰ ਦਾ ਟੌਪਿਕ ਪੜ੍ਹਨਾ ਹੈ ਤਾਂ ਇਹਦੇ ਵਿੱਚ ਮੇਜਰਲੀ ਆਪਾਂ ਨੇ ਜਿਹੜਾ ਲੈਵਲਸ ਵਾਲਾ ਟੌਪਿਕ ਹੈ ਇਹ ਕਵਰ ਕਰਨਾ ਹੈ। ਸੋ ਭਾਰਤ ਦੇ ਅੰਦਰ ਜਿਹੜਾ ਹੈਲਥ ਕੇਅਰ ਸਿਸਟਮ ਹੈ 3 ਲੈਵਲ 'ਤੇ ਚੱਲਦਾ ਹੈ। ਸੋ ਲੋਕਲ ਲੈਵਲ ਦੇ ਉੱਤੇ ਆਪਣੇ ਕੋਲ 2 ਆ ਜਾਂਦੇ ਨੇ, ਪ੍ਰਾਇਮਰੀ ਤੇ ਸੈਕੰਡਰੀ, ਪਿੰਡਾਂ ਦੇ ਲੈਵਲ 'ਤੇ, ਰਿਮੋਟ ਏਰੀਆਜ਼ 'ਤੇ। ਟੈਰਿਸ਼ਰੀ ਲੈਵਲ ਆ ਜਾਂਦਾ ਕੋਈ ਸ਼ਹਿਰ ਨੇ, ਟਾਊਨ ਨੇ, ਜਿੱਥੇ ਪੋਪੂਲੇਸ਼ਨ ਲੱਖਾਂ ਦੇ ਵਿੱਚ ਹੈ। ਸੋ ਪ੍ਰਾਇਮਰੀ ਲੈਵਲ 'ਤੇ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਆਫ ਕੰਟੈਕਟ ਹੈ ਇੱਕ ਪੇਸ਼ੈਂਟ ਤੇ ਹੈਲਥ ਕੇਅਰ ਇੰਸਟੀਟਿਊਸ਼ਨ ਦਾ, ਉਹ ਹੁੰਦੇ ਨੇ ਸਬ ਸੈਂਟਰ। ਸੋ 6 ਸਬ ਸੈਂਟਰ ਦੇ ਲਈ ਇੱਕ PHC ਹੁੰਦੀ ਹੈ। ਸੋ ਇਹ ਇੰਪੋਰਟੈਂਟ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਯਾਦ ਰੱਖਣਾ ਹੈ ਕਿ ਜਿਹੜੀ ਇੱਕ PHC ਹੈ ਉਹ ਅੱਗੇ ਕਿੰਨਿਆਂ ਨੂੰ ਰੈਫਰ ਕਰ ਸਕਦੀ ਹੈ। ਸੋ ਟੋਟਲ ਇਟ ਇਜ਼ ਮੈਂਸ਼ਨਡ ਹੇਅਰ, ਸੋ 6 ਸਬ ਸੈਂਟਰ ਨੇ, ਮੰਨ ਲਓ ਕਿ 6 ਪਿੰਡਾਂ ਦੇ ਵਿੱਚ ਸਬ ਸੈਂਟਰ ਨੇ। ਸੋ ਜੇ ਕਿਸੇ ਨੂੰ ਉਹਨਾਂ ਨੇ ਰੈਫਰ ਕਰਨਾ, ਥੋੜ੍ਹੀ ਜਿਹੀ ਉਹਨਾਂ ਨੂੰ ਲੱਗਦਾ ਕਿ ਕੋਈ ਬੈੱਡ ਦੀ ਜ਼ਰੂਰਤ ਹੈ, ਪੇਸ਼ੈਂਟ ਨੂੰ 1-2 ਦਿਨਾਂ ਦੇ ਲਈ ਹਸਪੀਟਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ, ਕੋਈ ਉਹਨਾਂ ਨੂੰ ਡ੍ਰਿਪ ਲਗਾਉਣਾ ਹੈ, ਕੋਈ ਇੰਜੈਕਸ਼ਨ ਦੇਣਾ ਹੈ, ਤਾਂ ਉੱਥੇ ਫਿਰ PHC 'ਚ ਭੇਜਿਆ ਜਾਂਦਾ ਹੈ। ਸੋ ਜਿਹੜਾ ਸਬ ਸੈਂਟਰ ਹੈ ਇੱਥੇ 3 ਤਰੀਕੇ ਦੇ ਇੰਪਲੋਈਜ਼ ਕੰਮ ਕਰਦੇ ਨੇ। ਹੈਲਥ ਵਰਕਰ ਇੱਕ ਮੇਲ ਹੋਊਗਾ, ਜੇ ਕੋਈ ਮਹਿਲਾਵਾਂ ਨੂੰ ਫੀਮੇਲ ਚਾਹੀਦੀ ਤਾਂ ਇੱਕ ਫੀਮੇਲ ਹੈਲਥ ਕੇਅਰ ਵਰਕਰ ਵੀ ਮਿਲੂਗਾ, ਇੱਕ ਹੋ ਵੋਲੰਟੀਅਰ ਵਰਕਰ। ਸੋ ਜਿਹੜੇ ਵੀ ਸਬ ਸੈਂਟਰ ਨੇ 100% ਭਾਰਤ ਸਰਕਾਰ ਦੇ ਦੁਆਰਾ ਫੰਡਡ ਹੈ, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਇਹਨਾਂ ਦੀ ਇੰਪਲੋਈਜ਼ ਨੂੰ ਵੀ ਤਨਖਾਹ ਦਿੰਦੀ ਹੈ, ਪੂਰੀ ਫੰਡਿੰਗ ਸਰਵਿਸਿਜ਼ ਦਾ ਵੀ ਧਿਆਨ ਰੱਖਦੀ ਹੈ। ਜਿਹੜੇ PHC ਹੈ ਹੁਣ ਉਹ ਥੋੜ੍ਹੇ ਵੱਡੇ ਲੈਵਲ 'ਤੇ ਆ ਗਏ, ਉੱਥੇ ਵਿਲੇਜ ਇੱਕ ਜਿਵੇਂ ਵੱਡੇ ਕੋਈ ਪਿੰਡ ਹੈ ਤਾਂ ਉੱਥੇ PHC ਤੁਹਾਨੂੰ ਦੇਖਣ ਨੂੰ ਮਿਲੂਗੀ, ਡਾਕਟਰ ਹੋਊਗਾ, ਇੱਕ ਮੈਡੀਕਲ ਹੈਲਥ ਅਸਿਸਟੈਂਟ ਵੀ ਮਿਲਿਆ ਹੋ ਡਾਕਟਰ ਨੂੰ। ਤੇ ਅਗੇਨ ਜਿਹੜੇ ਵੀ ਇਹ PHC ਹੋ ਗਏ, ਚਾਹੇ ਇੱਥੇ ਕਮਿਊਨਿਟੀ ਹੈਲਥ ਸੈਂਟਰ ਹੈ, ਸਾਰੇ ਜਿਹੜਾ ਨੈਸ਼ਨਲ ਹੈਲਥ ਕੇਅਰ ਮਿਸ਼ਨ ਹੈ, ਰੂਰਲ ਹੈਲਥ ਕੇਅਰ ਮਿਸ਼ਨ NRHM, ਉਹਦੇ ਅੰਡਰ ਕ੍ਰੀਏਟ ਕੀਤੇ ਨੇ ਤੇ ਕੰਮ ਕਰਦੇ ਨੇ। ਸੋ ਇਹ ਸਾਰੇ ਸਰਕਾਰੀ ਸੰਸਥਾਵਾਂ ਨੇ। ਸੋ 6 ਸਬ ਸੈਂਟਰਸ ਦੇ ਲਈ ਇੱਕ PHC ਹੋਊਗੀ। ਹੁਣ ਜੇ PHC ਦੇ ਵਿੱਚ ਕੋਈ ਸੀਰੀਅਸ ਪ੍ਰੋਬਲਮ ਆ ਗਈ, ਕਿਸੇ ਨੂੰ ਸੀਰੀਅਸ ਹੈਲਥ ਇਸ਼ੂ ਆ ਗਿਆ, ਅੱਗੇ ਰੈਫਰ ਕਰਨ ਦੀ ਲੋੜ ਹੈ, ਤਾਂ ਸੈਕੰਡਰੀ ਲੈਵਲ 'ਤੇ ਭੇਜਿਆ ਜਾਊਗਾ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ।
ਸੋ ਇੱਥੇ ਸਪੈਸ਼ਲਿਸਟ ਡਾਕਟਰ ਮਿਲਣਗੇ ਤੁਹਾਨੂੰ, ਇੱਕ ਫਿਜ਼ੀਸ਼ੀਅਨ ਵੀ ਹੋਊਗਾ, ਸਰਜਨ, ਗਾਇਨਿਕ ਹੋਊਗੀ, ਦੈਨ ਪੀਡੀਆਟ੍ਰੀਸ਼ੀਅਨ ਹੋਊਗਾ। ਸੋ ਇਹ ਸਾਰੇ ਅਲੱਗ-ਅਲੱਗ ਤਰੀਕੇ ਦੇ ਡਾਕਟਰ ਤੁਹਾਨੂੰ ਇੱਥੇ ਮਿਲਣਗੇ। ਹਰ ਕਮਿਊਨਿਟੀ ਹੈਲਥ ਸੈਂਟਰ 4 PHCs ਦੇ ਲਈ ਰੈਫਰ ਪੁਆਇੰਟ ਹੁੰਦਾ ਹੈ। ਸੋ 4 PHCs ਦੇ ਲਈ ਇੱਕ ਕਮਿਊਨਿਟੀ ਸੈਂਟਰ ਹੋਊਗਾ। ਸੋ ਇਹ ਨੰਬਰਸ ਪੇਪਰ ਦੇ ਲਈ ਇੰਪੋਰਟੈਂਟ ਹੈ। ਡਾਇਰੈਕਟਲੀ ਇਹਨਾਂ ਉੱਤੇ ਕੁਐਸਚਨ ਆ ਜਾਂਦਾ ਹੈ ਕਿ ਕਿੰਨੇ ਸਬ ਸੈਂਟਰਸ ਦੇ ਲਈ ਇੱਕ PHC ਹੋਊਗੀ। ਸੋ 4 ਪ੍ਰਾਇਮਰੀ ਹੈਲਥ ਸੈਂਟਰਸ ਦੇ ਲਈ, ਮੰਨ ਲਓ 4 ਵੱਡੇ ਪਿੰਡਾਂ ਦੇ ਵਿੱਚ ਪ੍ਰਾਇਮਰੀ ਹੈਲਥ ਕੇਅਰ ਸੈਂਟਰ ਹੈ, ਹੁਣ ਉੱਥੇ ਕਿਸੇ ਨੂੰ ਕੋਈ ਸੀਰੀਅਸ ਇਸ਼ੂ ਆ ਗਿਆ ਤਾਂ ਉਹਨਾਂ ਚਾਰਾਂ ਦੇ ਲਈ ਇੱਕ ਕਮਿਊਨਿਟੀ ਹੈਲਥ ਸੈਂਟਰ ਹੋਊਗਾ, ਜਿਹੜਾ ਕਿਸੇ ਟਾਊਨ ਦੇ ਵਿੱਚ ਹੋਊਗਾ, ਥੋੜ੍ਹੇ ਜਿਹੇ ਨੋਰਮਲ ਵੱਡੇ ਪੱਧਰ 'ਤੇ ਹੋਊਗਾ, ਪਿੰਡਾਂ ਤੋਂ ਕਿਸੇ ਨੇੜੇ ਦੇ ਛੋਟੇ ਸ਼ਹਿਰ ਦੇ ਵਿੱਚ ਹੋਊਗਾ। ਸੋ ਉੱਥੇ ਹੀ ਰੈਫਰ ਕੀਤਾ ਜਾਊਗਾ। ਸੋ 4 PHCs ਨੂੰ ਇੱਕ ਐਲੋਕੇਟ ਕੀਤਾ ਜਾਂਦਾ ਹੈ ਕਮਿਊਨਿਟੀ ਹੈਲਥ ਸੈਂਟਰ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਐਗਜ਼ਾਮ। ਸੋ ਹੁਣ ਇਹਨਾਂ ਤਿੰਨਾਂ ਦਾ ਆਪਾਂ ਇੱਕ ਜਗ੍ਹਾ ਦੇ ਉੱਤੇ ਕੰਪੈਰੀਜ਼ਨ ਕਰਕੇ ਦੇਖ ਲੈਂਦੇ ਹਾਂ। ਸਬ ਸੈਂਟਰ ਦੇ ਵਿੱਚ ਇੰਪਲੋਈ ਕਿੰਨੇ ਹੋਣਗੇ? ਸਟਾਫ ਨੰਬਰ 3, PHCs ਦੇ ਵਿੱਚ 15, ਕਮਿਊਨਿਟੀ ਹੈਲਥ ਸੈਂਟਰ ਵਿੱਚ 30। ਸੈਂਟਰ ਦੀ ਸਰਕਾਰ ਰਨ ਕਰਦੀ ਹੈ ਸਬ ਸੈਂਟਰ ਨੂੰ, PHC ਤੇ ਕਮਿਊਨਿਟੀ ਹੈਲਥ ਸੈਂਟਰ ਸਟੇਟ ਦੀ ਸਰਕਾਰ। ਸੋ ਇਹ ਡਿਫਰੈਂਸ ਇੰਪੋਰਟੈਂਟ ਹੈ। ਸਬ ਸੈਂਟਰ ਹੈ ਜਿਹੜਾ ਪ੍ਰਾਇਮਰੀ ਲੈਵਲ ਦਾ, PHC ਵੀ, ਕਮਿਊਨਿਟੀ ਹੈਲਥ ਸੈਂਟਰ ਹੈ ਸੈਕੰਡਰੀ ਲੈਵਲ ਦਾ। ਜਿੱਥੇ ਪੋਪੂਲੇਸ਼ਨ ਜਨਸੰਖਿਆ 5000 ਹੀ ਹੈ ਸਿਰਫ, ਉੱਥੇ ਸਬ ਸੈਂਟਰ ਹੋਊਗਾ। ਜਿੱਥੇ ਪੋਪੂਲੇਸ਼ਨ ਉਸ ਤੋਂ ਜ਼ਿਆਦਾ ਹੈ, ਸੋ ਇੱਥੇ 3000 ਦੀ ਜਗ੍ਹਾ ਤੇ 30000 ਆਊਗਾ, ਗਲਤ ਉੱਥੇ ਪ੍ਰਿੰਟਡ ਹੈ। ਸੋ ਜਿੱਥੇ 30000 ਦੇ ਅਰਾਊਂਡ ਪੋਪੂਲੇਸ਼ਨ ਹੈ ਉੱਥੇ PHC ਹੋਊਗੀ। ਜਿੱਥੇ 1,20,000 ਦੇ ਅਰਾਊਂਡ ਪੋਪੂਲੇਸ਼ਨ ਹੈ ਉੱਥੇ ਹੋਊਗੀ ਕਮਿਊਨਿਟੀ ਹੈਲਥ ਸੈਂਟਰ। ਸੋ ਉਰੇ ਦੇਖ ਸਕਦੇ ਹੋ ਕਿ 1,20,000 ਦਾ ਕੀ ਮਤਲਬ ਹੈ? 4 PHCs ਦੇ ਲਈ, 4 PHCs ਦੇ ਲਈ ਇੱਕ ਕਮਿਊਨਿਟੀ ਹੈਲਥ ਸੈਂਟਰ। ਮਤਲਬ ਜੇ ਇੱਕ PHC ਦੇ ਵਿੱਚ 30,000 ਲੋਕ ਆਪਾਂ ਕਹਿ ਰਹੇ ਹਾਂ ਤਾਂ 4 ਦੇ ਵਿੱਚ ਆਪਣੇ ਆਪ ਹੀ 1,20,000 ਹੋ ਗਈ। ਸੋ ਇਸ ਤਰੀਕੇ ਦੀ ਕੈਲਕੂਲੇਸ਼ਨ ਤੁਸੀਂ ਦਿਮਾਗ 'ਚ ਰੱਖਣੀ ਹੈ। ਸੋ ਸੇਮ ਇੱਥੇ 5000, ਜੇ ਇੱਕ ਸਬ ਸੈਂਟਰ 5000 ਸੰਭਾਲ ਰਿਹਾ ਤਾਂ PHC 30,000 ਕਿਵੇਂ ਸੰਭਾਲ ਰਿਹਾ? ਕਿਉਂਕਿ 6 ਸਬ ਸੈਂਟਰ ਦੇ ਅੰਦਰ ਆਉਂਦੇ ਨੇ। ਸੋ 5000 ਗੁਣਾ 6 30,000। ਸੋ ਇਸ ਤਰੀਕੇ ਨਾਲ ਇਹ ਕੈਲਕੂਲੇਸ਼ਨ ਕੀਤੀ ਗਈ ਹੈ। ਸੋ ਇਹ ਜੇ ਤੁਸੀਂ ਦਿਮਾਗ 'ਚ ਰੱਖੋਗੇ ਆਪਣੇ ਕਿ ਕਿੰਨੀਆਂ PHC ਲਈ ਕਿੰਨਾ ਹੈ, ਤਾਂ ਤੁਹਾਨੂੰ ਇਹ ਜਿਹੜੇ ਨੰਬਰਸ ਨੇ ਇਹ ਰੱਟੇ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ, ਆਟੋਮੈਟਿਕਲੀ ਤੁਹਾਨੂੰ ਇੱਥੇ ਲੌਜਿਕ ਸਮਝ ਆ ਜਾਊਗਾ। ਸੋ ਤੀਜੇ ਨੰਬਰ 'ਤੇ ਟਰਸ਼ਰੀ ਲੈਵਲ, ਸੈਕਿੰਡ ਰੈਫਰਲ ਲੈਵਲ। ਹੁਣ ਜੇ ਕਿਸੇ ਨੂੰ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਵੀ ਇਹ ਲੱਗ ਰਿਹਾ ਕਿ ਉਸ ਤੋਂ ਵੀ ਜ਼ਿਆਦਾ ਕੋਈ ਬਿਮਾਰੀ ਹੈ, ਕਿਸੇ ਨੂੰ ਕੋਈ ਹਾਰਟ ਅਟੈਕ ਆ ਗਿਆ, ਬਹੁਤ ਸੀਰੀਅਸ ਹੈ, ਤਾਂ ਉੱਥੇ ਫਿਰ ਆਪਾਂ ਹਸਪੀਟਲ ਵਿੱਚ ਰੈਫਰ ਕਰਦੇ ਹਾਂ ਜਾਂ ਫਿਰ ਮੈਡੀਕਲ ਕਾਲਜ ਦੇ ਵਿੱਚ। ਸੋ ਇੱਥੇ ਪੋਪੂਲੇਸ਼ਨ ਦਾ ਕੀ ਸਿਸਟਮ ਹੈ? ਭਾਰਤ ਸਰਕਾਰ ਰੈਕਮੈਂਡ ਕਰਦੀ ਹੈ ਕਿ ਹਰ 3500 ਲੋਕਾਂ ਪਿੱਛੇ ਇੱਕ ਡਾਕਟਰ ਅਵੇਲੇਬਲ ਹੋਣਾ ਜ਼ਰੂਰੀ ਹੈ। ਹੁਣ ਇਹ ਨੰਬਰਸ ਤੁਸੀਂ ਯਾਦ ਰੱਖਣੇ ਨੇ। ਤੇ ਇੱਕ ਨਰਸ ਹਰ 5000 ਪੋਪੂਲੇਸ਼ਨ ਦੇ ਲਈ, ਇੱਕ ਹੈਲਥ ਵਰਕਰ ਹਰ 5000 ਪੋਪੂਲੇਸ਼ਨ ਦੇ ਲਈ, ਹੈਲਥ ਅਸਿਸਟੈਂਟ 20000 ਲੋਕਾਂ ਦੇ ਲਈ, ਇੱਕ ਆਂਗਨਵਾੜੀ ਵਰਕਰ ਹਰ 400 ਤੋਂ 800 ਲੋਕਾਂ ਦੇ ਲਈ ਓਪਨ ਏਰੀਆਜ਼ ਦੇ ਵਿੱਚ, ਤੇ ਜੇ ਕੋਈ ਹਿਲੀ ਏਰੀਆ, ਮਾਊਂਟੇਨ ਏਰੀਆ ਤਾਂ ਉੱਥੇ 300 ਤੋਂ 800 ਲੋਕਾਂ ਦੇ ਪਿੱਛੇ ਉਹਨਾਂ ਦੀ ਦੇਖ ਰੇਖ ਕਰਨ ਲਈ, ਉਹਨਾਂ ਨੂੰ ਫਸਟ ਅਸਿਸਟੈਂਟ ਦੇਣ ਦੇ ਲਈ, ਫਸਟ ਪੁਆਇੰਟ ਆਫ ਕੰਟੈਕਟ ਉਹਨਾਂ ਦਾ ਹੈਲਥ ਕੇਅਰ ਪ੍ਰੋਬਲਮ ਦੇ ਵਿੱਚ ਆਂਗਨਵਾੜੀ ਵਰਕਰ ਹੋਣਾ ਚਾਹੀਦਾ ਹੈ। ਸੋ ਇਹ ਜਿਹੜਾ ਪੋਪੂਲੇਸ਼ਨ ਨੋਰਮਸ ਨੇ, ਐਗਜ਼ਾਮੀਨੇਸ਼ਨ ਦੇ ਵਿੱਚ ਤੁਹਾਨੂੰ ਇੱਕ ਅੱਧਾ ਕੁਐਸਚਨ ਇਸ ਟਾਈਪ ਦਾ ਟੈਕਨੀਕਲ ਨੰਬਰਿੰਗ ਉੱਤੇ ਆ ਸਕਦਾ ਹੈ। ਕੰਡੀਸ਼ਨ ਆਫ PHC ਇਨ ਇੰਡੀਆ। ਹੁਣ ਭਾਰਤ ਦੇ ਵਿੱਚ ਜਿਹੜੀ PHC ਹੈ ਉਹਦੀ ਕੰਡੀਸ਼ਨ ਕੁਝ ਬਹੁਤ ਜ਼ਿਆਦਾ ਵਧੀਆ ਨਹੀਂ ਹੈ, ਬਹੁਤ ਹੀ ਕ੍ਰਿਟੀਕਲ ਸਟੇਜ ਦੇ ਉੱਤੇ ਹੈ। ਕਿਉਂਕਿ ਭਾਰਤ ਦੇ ਵਿੱਚ ਮੇਨ ਕਾਰਨ ਕੀ ਹੈ? ਜਨਸੰਖਿਆ ਡੈਂਸਲੀ ਪੋਪੂਲੇਟਿਡ ਹੈ। ਸੋ ਜਲਦੀ ਹੀ ਚਾਈਨਾ ਨੂੰ ਇੰਡੀਆ ਸਰਪਾਸ ਕਰਨ ਵਾਲਾ ਪੋਪੂਲੇਸ਼ਨ ਦੇ ਕਰਕੇ। ਇਸੇ ਲਈ ਜਿਹੜੀਆਂ ਪ੍ਰੋਬਲਮਸ ਨੇ, ਜਿੰਨੀ ਜ਼ਿਆਦਾ ਪੋਪੂਲੇਸ਼ਨ ਹੋਊਗੀ ਉਨੀ ਜ਼ਿਆਦਾ ਹੋਣਗੀਆਂ। ਹੈਲਥ ਸਰਵਿਸਿਜ਼ ਦੀ ਡਿਮਾਂਡ ਜ਼ਿਆਦਾ ਹੈ। ਹੈਲਥ ਰਿਲੇਟਡ ਡਿਸੀਜ਼ਸ ਕਰਕੇ ਭਾਰਤ ਦੇ ਵਿੱਚ 32% ਤੋਂ ਜ਼ਿਆਦਾ ਟੋਟਲ ਡਿਸੀਜ਼ ਜਿਹੜੇ ਡੈਥ ਨੇ ਹੁੰਦੀਆਂ ਨੇ ਸਿਰਫ ਹੈਲਥ ਰਿਲੇਟਡ ਬਿਮਾਰੀਆਂ ਕਰਕੇ। ਗਲੋਬਲੀ ਜੇ ਗੱਲ ਕਰੀਏ ਤਾਂ ਬਰਨ ਅਪ ਡਿਸੀਜ਼ਸ ਸਟੱਡੀਜ਼ ਦੇ ਅਨੁਸਾਰ ਇੰਡੀਆ ਰੈਂਕ ਕਰਦਾ ਹੈ 154 ਆਊਟ ਆਫ 190 ਕੰਟਰੀਜ਼ ਇਨ ਹੈਲਥ ਕੇਅਰ ਇੰਡੈਕਸ। ਸੋ ਬਿਮਾਰੀਆਂ ਦੀ ਇੱਥੇ ਗੱਲ ਹੋ ਰਹੀ ਹੈ ਕਿ ਕਿੰਨੀਆਂ ਜ਼ਿਆਦਾ ਨੇ ਭਾਰਤ ਦੇ ਅੰਦਰ। ਸੋ ਇਹਦੇ ਵਿੱਚ ਕੁਝ ਇੰਪੋਰਟੈਂਟ ਐਗਜ਼ਾਮੀਨੇਸ਼ਨ ਦੇ ਲਈ ਤੁਸੀਂ ਕੋਈ ਰੀਡ ਕਰ ਸਕਦੇ ਹੋ। ਸੋ ਜੋ ਹੋਰ ਇੱਕ ਦੋ ਚੀਜ਼ਾਂ ਇੰਪੋਰਟੈਂਟ ਨੇ, ਫੈਕਟਸ ਨੇ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਸੋ ਭਾਰਤ ਦੇ ਅੰਦਰ ਸਰਕਾਰੀ ਜਿਹੜਾ ਉੱਪਰ ਲੈਵਲ ਦੇਖ ਕੇ ਹਟਿਆ, ਉਹ ਆਪਾਂ ਗੱਲ ਕੀਤੀ ਸੀ ਸਰਕਾਰੀ ਵੀ, ਸਰਕਾਰ ਕਿੰਨੇ ਡਾਕਟਰ ਕਹਿੰਦੀ ਹੈ, ਕੀ ਰეკਮੈਂਡ ਕਰਦੀ ਹੈ, NRHM ਮਿਸ਼ਨ ਕੀ ਹੈ।
ਸੋ ਹੈਲਥ ਸਰਵਿਸਿਜ਼ ਅੱਜ ਕੱਲ੍ਹ ਪ੍ਰਾਈਵੇਟਾਈਜ਼ ਬਹੁਤ ਜ਼ਿਆਦਾ ਹੋ ਰਹੀ ਹੈ, ਜਿਹੜੀ ਕਾਸਟ ਹੈ ਹਸਪੀਟਲ ਦੀ 300% ਤੱਕ ਵੱਧ ਚੁੱਕੀ ਹੈ। ਸੋ ਨਾਰਮਲ ਲੋਕ ਨੇ ਜਿਹੜੇ ਪ੍ਰਾਈਵੇਟ ਸਰਵਿਸਿਜ਼ ਅਫੋਰਡ ਨਹੀਂ ਕਰ ਸਕਦੇ। 2008 ਦੇ ਵਿੱਚ ਭਾਰਤ ਸਰਕਾਰ ਨੇ ਨੈਸ਼ਨਲ ਹੈਲਥ ਇੰਸ਼ੋਰੈਂਸ ਸਕੀਮ ਲਿਆਂਦੀ ਸੀ ਪੇਂਡੂ ਲੋਕਾਂ ਦੇ ਲਈ, ਰੂਰਲ ਪੋਪੂਲੇਸ਼ਨ ਦੇ ਲਈ। ਜਿਹੜੀ ਸਕੀਮ ਸੀ ਇਹਦੇ ਵਿੱਚ 3 ਲੱਖ ਤੱਕ ਦੀ ਹਰ ਫੈਮਿਲੀ ਨੂੰ ਮੈਡੀਕਲ ਕਵਰੇਜ ਦਿੱਤੀ ਗਈ ਸੀ ਜਿਹੜੇ ਅਨਆਰਗੇਨਾਈਜ਼ ਕਿਸੇ ਲੇਬਰ ਕਲਾਸ ਕੈਟਾਗਰੀ 'ਚ ਕੰਮ ਕਰਦੇ ਆ। ਸੋ ਇਹ ਸਿਮਿਲਰ ਸਕੀਮ ਇੱਕ ਇਹਦੇ ਤਰ੍ਹਾਂ ਦੀ ਸਟੇਟ ਲੈਵਲ ਤੇ ਵੀ ਇੰਟਰੋਡਿਊਸ ਕੀਤੀ ਗਈ ਸੀ, ਪਰ ਕੋਈ ਵੀ ਜਿਹੜੀ ਸਕੀਮ ਹੈ ਉਹਨੇ ਪਾਰਟਿਕੂਲਰ ਸਟੈਂਡਰਡ ਫੋਲੋ ਨਹੀਂ ਕੀਤਾ। ਸੋ ਸਕੀਮ ਸਿਰਫ ਕਾਗਜ਼ਾਂ ਤੱਕ ਰਹਿ ਗਈ। ਦੈਨ ਨੈਸ਼ਨਲ ਹੈਲਥ ਪ੍ਰੋਟੈਕਸ਼ਨ ਮਿਸ਼ਨ ਹੈ, ਆਯੁਸ਼ਮਾਨ ਭਾਰਤ ਯੋਜਨਾ, ਇਹ ਵੀ ਭਾਰਤ ਸਰਕਾਰ ਨੇ ਪ੍ਰਾਇਮਰੀ ਹੈਲਥ ਕੇਅਰ ਨੂੰ ਇੰਪਰੂਵ ਕਰਨ ਦੇ ਲਈ ਸਟੈਪ ਚੱਕਿਆ ਸੀਗਾ। ਸੋ ਇਹਦੇ ਅੰਦਰ ਇੰਸ਼ੋਰੈਂਸ ਦਿੱਤੀ ਜਾਂਦੀ ਹੈ ਹਰ ਪਰਿਵਾਰ ਨੂੰ ਵੀਕਰ ਸੈਕਸ਼ਨ ਆਫ ਕੈਟ ਜਿਹੜੇ ਕਲਾਸ ਦੇ ਨੇ 5 ਲੱਖ ਤੱਕ ਰੁਪਏ। ਤੇ ਇਹਦੇ ਵਿੱਚ ਸੈਕੰਡਰੀ ਤੇ ਟਰਸ਼ਰੀ ਸੈਕਟਰ ਨੂੰ ਇੰਪਰੂਵ ਕਰਨ ਦੇ ਲਈ ਵੀ ਸਰਕਾਰ ਨੇ ਕਦਮ ਚੁੱਕਿਆ। ਤੇ ਜਿਹੜੀ ਇਹ ਸਕੀਮ ਹੈ ਵਰਲਡ ਦੀ ਦੁਨੀਆ ਦੀ ਲਾਰਜੈਸਟ ਹੈਲਥ ਕੇਅਰ ਸਕੀਮ ਹੈ। ਸੋ ਬਹੁਤ ਸਾਰੇ ਪੇਪਰ 'ਚ ਡਾਇਰੈਕਟਲੀ ਇਹਦੇ ਉੱਤੇ ਕੁਐਸਚਨ ਆਉਂਦਾ ਹੈ ਆਯੁਸ਼ਮਾਨ ਭਾਰਤ ਯੋਜਨਾ ਉੱਤੇ, ਵਿਚ ਆਫ ਦ ਫੋਲੋਇੰਗ ਇਜ਼ ਵਰਲਡਸ ਲਾਰਜੈਸਟ ਹੈਲਥ ਕੇਅਰ ਸਕੀਮ। ਸੋ ਯਾਦ ਰੱਖਣਾ ਹੈ ਆਯੁਸ਼ਮਾਨ ਭਾਰਤ ਯੋਜਨਾ। ਸੋ ਦੈਟ ਵਾਜ਼ ਆਲ ਫॉर ਟੁਡੇ। ਨੈਕਸਟ ਲੈਕਚਰ ਦੇ ਵਿੱਚ ਆਪਾਂ 5th ਟੌਪਿਕ ਤੋਂ ਸਟਾਰਟ ਕਰਾਂਗੇ।